ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। कबीर मोहि मरने का चाव है, मनु तुहर कै द्वार। मत हर पूछै कौन है, परा हमारे बार। सतनाम श्री वाहिगुरू साहिब जीओ। श्लोक खात खर्चत बिलशत रहे, टूट ना जाहे भंडार। हर हर जपत अनेक जन, नानक नाहे सुमार। वाहिगुरु जी का खालसा वाहिगुरु जी की फतेह। सतगुर जी की अपार किरपा के सदका संध्या समय तो सतगुर जी के चरणों च हाजरी लवा के अपने जीवन दियां अमोलक घड़ियां नूं सफला कर रहे हाँ। सतगुर जी ने बख्शिश की, मेरामत की कि जो 52 अखरी दी विचार आपां करते आ रहे हाँ, उसे विचार नूं अगाह तोरन दा सतगुर जी ने सुभाग समा बख्शिया है। सतगुर ने मेरामत की, मालिक ने बख्शिश की कि परमात्मा के घर दे विच ना जी खुला भंडार है, कदे खत्म होने वाला नहीं है। परमात्मा एडा बेअंत है जी कि परमात्मा सानू दाता दे रहा है ना, असी दाता लेंदे थक जावांगे, पर परमात्मा दाता दिंदा होया नहीं थकेगा। असी पढ़ते हैं कि परमात्मा के घर विच बहुत कुछ है। जपजी साहब अंदर सतगुर ने पढ़ाया, आसन लोए लोए भंडार जो कुछ पाया सो एका बार। उन्हें इको बार साडी झोली च सब कुछ पाता। मालिक जी कहने खात खर्चत बलछत रहे, टूट ना जाए भंडार। परमात्मा अकाल पुरख वाहिगुरू दा भंडारा एडा है कि दुनिया खा रही है, सदियां तो खा रही है, पर उस अकाल पुरख वाहिगुरू दा भंडारा मुकदा नहीं। उहदे विच कदे टोट नहीं आउंदी, कदे टोटा नहीं आउंदा, कदे कमी नहीं आउंदी। परमात्मा ने कदे ये नहीं कहा कि हुण इन्ने जी पैदा हो गए तो इन्हां दी रोटी का इंतजाम मैं कित्थों करा। परमात्मा नहीं कदे कहंदा जी। सतगुर कहने हर हर जपत अनेक जन। परमात्मा नूं अनेक मनुख ध्याउंदे आ, जपदे आ। नानक ना ही सुमार। परमात्मा दा पर किसी ने अंत नहीं पाया। उन्होंने ध्याउण वाले बेअंत है, जिन्नियां ने ध्याया। सतगुर जी कहने पर किसी ने परमात्मा दा अंत नहीं पाया। भगतां दे जीवन दी आपां गल लगातार करते आ रहे हैं जी। अज भगत कबीर जी के जीवन की गल करांगे। जदों भगत कबीर जी नूं याद किया जाता ना, भगत कबीर जी के बाबत असी ये शब्द सुनते हैं कि भगत कबीर जी नूं सारे भगतां दा
ਸਿਰਮੌਰ ਮੰਨਿਆ ਜਾਂਦਾ ਤੇ ਉਹਨਾਂ ਨੂੰ ਸ਼੍ਰੋਮਣੀ ਭਗਤ ਕਹਿ ਕੇ ਸਤਿਕਾਰਿਆ ਜਾਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਭਗਤ ਕਬੀਰ ਜੀ ਦੀ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਦਰਜ ਹੈ। ਉਹਨਾਂ ਦੇ ਸ਼ਲੋਕ ਪੜ੍ਹ ਲਈਏ, ਉਹਨਾਂ ਦੇ ਸ਼ਬਦ ਪੜ੍ਹ ਲਈਏ, ਤੇ ਭਗਤ ਕਬੀਰ ਜੀ ਵਾਸਤੇ ਤਾਂ ਸ਼ਬਦ ਕਿਸੇ ਨੇ ਕ੍ਰਾਂਤੀਕਾਰੀ ਵੀ ਲਿਖਿਆ ਹੈ ਕਿ ਭਗਤ ਕਬੀਰ ਜੀ ਬਹੁਤ ਕ੍ਰਾਂਤੀਕਾਰੀ ਸੀਗੇ। ਤੇ ਭਗਤ ਕਬੀਰ ਜੀ ਐਸੇ ਸਨ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕਰੀ ਤੇ ਪ੍ਰਮਾਤਮਾ ਦੀ ਸੱਚ ਦੀ ਗੱਲ ਸਾਰਿਆਂ ਦੇ ਸਾਹਮਣੇ ਰੱਖੀ ਹੈ, ਕਿਸੇ ਨੂੰ ਚੰਗੀ ਲੱਗੀ ਚਾਹੇ ਕਿਸੇ ਨੂੰ ਮਾੜੀ ਲੱਗੇ। ਜਦੋਂ ਭਗਤ ਕਬੀਰ ਜੀ ਦਾ ਜਨਮ ਹੁੰਦਾ ਨਾ ਸੰਗਤ ਜੀ, ਉਦੋਂ ਆਲਾ ਦੁਆਲਾ ਬਾਹਮਣਵਾਦ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਅੱਜ ਵੀ ਹਾਲਾਤ ਐਸੇ ਆ, ਉਦੋਂ ਵੀ ਹਾਲਾਤ ਐਸੇ ਕਿ ਬੱਚੇ ਨੇ ਜੰਮ ਜਾਣਾ ਤੇ ਬਾਹਮਣ ਨੇ ਕਹਿਣਾ ਮੈਨੂੰ ਪੁੱਛ ਕੇ ਨਾਮ ਰੱਖਣਾ, ਮੈਨੂੰ ਪੁੱਛ ਕੇ ਤੁਸੀਂ ਕੱਲਾ ਕੱਲਾ ਕੰਮ ਇਸ ਬੱਚੇ ਨੂੰ ਨਿਭਾਉਣਾ ਕਦੋਂ ਆ, ਖਵਾਉਣਾ ਕੀ ਹੈ, ਇਹਦਾ ਨਾਮ ਕੀ ਰੱਖਣਾ, ਇਹ ਸਭ ਕੁਝ ਮੈਂ ਦੱਸਾਂਗਾ, ਮੇਰੇ ਤੋਂ ਬਗੈਰ ਤੁਸੀਂ ਕੋਈ ਕੰਮ ਨਹੀਂ ਕਰਨਾ। ਜਦੋਂ ਬੰਦੇ ਨੇ ਮਰ ਜਾਣਾ ਤੇ ਮਰਨ ਤੋਂ ਬਾਅਦ ਵੀ ਬਾਹਮਣ ਨੇ ਕਹਿਣਾ ਕਿ ਭਾਈ ਤੁਸੀਂ ਮੈਨੂੰ ਪੁੱਛਣਾ ਕਦੋਂ ਇਹਨੂੰ ਫੂਕਣਾ, ਭਾਈ ਕਦੋਂ ਤੁਸੀਂ ਅਗਲੀ ਕਿਰਿਆ ਕਰਨੀ ਹੈ। ਇਹ ਸਭ ਕੁਝ ਬਾਹਮਣਵਾਦ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਸੀਗਾ। ਤੇ ਬਾਹਮਣ ਆਪਣੇ ਆਪ ਨੂੰ ਇਹ ਗੱਲ ਆਖਦਾ ਸੀ ਕਿ ਮੈਂ ਸਾਰੀ ਦੁਨੀਆ ਦਾ ਭਗਤ ਹੈ, ਸਾਰੀ ਦੁਨੀਆ ਮੇਰੀ ਚੇਲੇ ਆ ਤੇ ਮੈਂ ਸਾਰਿਆਂ ਦਾ ਗੁਰੂ ਹੈ। ਪਰ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਸਾਨੂੰ ਇਹ ਸਮਝਾਇਆ ਸੀਗਾ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਹੀਂ। ਬਾਹਮਣ ਦੁਨੀਆ ਲਈ ਗੁਰੂ ਹੋ ਸਕਦਾ, ਪਰ ਭਗਤ ਜੀ ਕਹਿੰਦੇ ਬਾਹਮਣ ਸਾਡੇ ਵਾਸਤੇ ਕੋਈ ਗੁਰੂ ਨਹੀਂ ਹੈ। ਆਲਾ ਦੁਆਲਾ ਐਸਾ ਸੀਗਾ ਜੀ, ਬਾਹਮਣਵਾਦ ਬਹੁਤ ਦੁਨੀਆ ਦੇ ਪ੍ਰਭਾਵ ਪਾਈ ਬੈਠਾ ਸੀਗਾ। ਬਾਬਾ ਕਬੀਰ ਜੀ ਨੇ ਸੋਝੀ ਸਾਂਭੀ ਜਦੋਂ 8.5 ਸਾਲ ਦੀ ਉਮਰ ਇਹਨਾਂ ਦੀ ਹੁੰਦੀ ਹੈ। ਮੁਸਲਮਾਨ ਘਰਾਣੇ 'ਚ ਪੈਦਾ ਹੋਣ ਕਰਕੇ ਇੱਕ ਮੁਸਲਮਾਨ ਧਰਮ ਦੇ ਵਿੱਚ ਰੀਤ ਚੱਲਦੀ ਹੈ ਕਿ ਬੱਚੇ ਦੀ ਸੁੰਨਤ ਕੀਤੀ ਜਾਂਦੀ ਹੈ। ਸੁੰਨਤ ਕਰਨ ਤੋਂ ਬਾਅਦ ਫਿਰ ਇੱਕ ਦਾਅਵਾ ਮਿਲ ਜਾਂਦਾ ਕਿ ਹੁਣ ਇਹ ਮੁਸਲਮਾਨ ਬਣ ਗਿਆ, ਹੁਣ ਇਹ ਮੁਸਲਮਾਨ ਧਰਮ ਦੇ ਵਿੱਚ ਪ੍ਰਵੇਸ਼ ਕਰ ਗਿਆ। ਜਦੋਂ 8.5 ਸਾਲ ਬਾਬਾ ਜੀ ਦੀ ਉਮਰ ਹੁੰਦੀ ਹੈ ਤੇ ਜਿਸ ਤਰ੍ਹਾਂ ਬਾਬੇ ਨਾਨਕ ਨੂੰ ਜਨੇਊ ਪਾਉਣ ਵਾਸਤੇ ਪੰਡਤ ਜੀ ਆਉਂਦੇ ਆ ਤੇ ਇਸ ਤਰ੍ਹਾਂ ਬਾਬੇ ਕਬੀਰ ਦੀ ਸੁੰਨਤ ਕਰਨ ਵਾਸਤੇ ਕਾਜ਼ੀ ਤੇ ਮੁੱਲਾ ਆਉਂਦੇ ਆ। ਸਾਰਾ ਪ੍ਰੋਗਰਾਮ ਜਿੰਨਾ ਕੁ ਗੁੰਜਾਇਸ਼ ਸੀ ਘਰਦਿਆਂ ਨੇ ਛੋਟਾ ਮੋਟਾ ਪ੍ਰੋਗਰਾਮ ਕੀਤਾ, ਆਂਢ ਗੁਆਂਢ ਇਕੱਠਾ ਹੋਇਆ, ਬੜੇ ਬਾਹਮਣ ਬਹੁਤ ਦੁਨੀਆ ਪਹੁੰਚੀ ਹੋਈ ਗਾ ਉੱਥੇ, ਬੜੇ ਕਾਜੀ ਪਹੁੰਚੇ ਹੋਏ ਆ, ਆਂਢ ਗੁਆਂਢ ਰਿਸ਼ਤੇਦਾਰ ਬਹੁਤ ਪਹੁੰਚੇ ਹੋਏ ਆ। ਜਦੋਂ ਬਾਬਾ ਜੀ ਦੀ ਸੁੰਨਤ ਕਰਨ ਲੱਗੇ ਆ ਤੇ ਬਾਬਾ ਜੀ ਨੇ ਇੱਕ ਸਵਾਲ ਕੀਤਾ ਕਿ ਜੇ ਤੁਸੀਂ ਮੇਰੀ ਸੁੰਨਤ ਕਰੋਗੇ ਤੇ ਕੀ ਹੋਏਗਾ। ਤੇ ਆਏ ਹੋਏ ਕਾਜ਼ੀਆਂ ਨੇ ਕਿਹਾ ਤੇਰੀ ਸੁੰਨਤ ਕਰੇਗਾ ਤੂੰ ਮੁਸਲਮਾਨ ਬਣੇਗਾ। ਤੇ ਬਾਬੇ ਕਬੀਰ ਨੇ ਕਿਹਾ ਕਿ ਬਿਨਾਂ ਸੁੰਨਤ ਤੋਂ ਮੁਸਲਮਾਨ ਨਹੀਂ ਬਣਿਆ ਜਾ ਸਕਦਾ, ਨਹੀਂ ਬਣਿਆ ਜਾ ਸਕਦਾ। ਮਾਫ ਕਰਿਓ, ਫਿਰ ਬਾਬੇ ਕਬੀਰ ਨੇ ਸ਼ਬਦ ਵਰਤੇ ਸੀਗੇ ਕਿ ਜੇ ਸੁੰਨਤ ਕਰਨ ਦੇ ਨਾਲ ਮਨੁੱਖ ਤੁਰਕ ਬਣਦਾ, ਮੁਸਲਮਾਨ ਬਣਦਾ ਆ, ਤੇ ਬਾਬੇ ਕਬੀਰ ਜੀ ਦਾ ਸਵਾਲ ਸੀਗਾ ਔਰਤ ਕਾ ਕਿਆ ਕਰੀਏ, ਫਿਰ ਔਰਤ ਦਾ ਕੀ ਕਰੋਗੇ ਤੁਸੀਂ। ਇਹਦਾ ਮਤਲਬ ਇਹ ਹੈ ਕਿ ਸਾਰੀ ਉਮਰ ਮੇਰੀ ਮਾਂ ਮੇਰੀ ਭੈਣ ਕਦੇ ਧਰਮੀ ਨਹੀਂ ਬਣ ਸਕਦੀ, ਕਦੇ ਮੁਸਲਮਾਨ ਨਹੀਂ ਬਣ ਸਕਦੀ। ਬਾਬਾ ਕਬੀਰ ਜੀ ਨੇ ਚੱਲਦੇ ਹੋਏ ਇਸ ਧਰਮ ਦੇ ਪਖੰਡ ਦੇ ਉੱਤੇ ਬਾਬੇ ਨਾਨਕ ਦੀ ਤਰ੍ਹਾਂ ਸਟੋਟ ਮਾਰ ਦਿੱਤੀ ਕਿ ਮੈਨੂੰ ਧਰਮੀ ਬਣਨ ਲਈ ਸੁੰਨਤ ਕਰਨ ਦੀ ਲੋੜ ਨਹੀਂ ਹੈ। ਜੇ ਪ੍ਰਮਾਤਮਾ ਨੇ ਸੁੰਨਤ ਕਰਕੇ ਹੀ ਧਰਮੀ ਬਣਾਉਣਾ ਹੁੰਦਾ ਤੇ ਮੈਂ ਜਦੋਂ ਜੰਮਿਆ ਉਦੋਂ ਮੇਰੀ ਸੁੰਨਤ ਹੋਈ ਹੁੰਦੀ। ਅੱਲਾਹ ਤਾਲਾ ਮਨੁੱਖ ਨੂੰ ਦੁਨੀਆ ਦੇ ਵਿੱਚ ਸੁੰਨਤ ਕਰਕੇ ਹੀ ਭੇਜਦਾ। ਬਾਬੇ ਕਬੀਰ ਨੇ ਸੁੰਨਤ ਕਰਨ ਤੋਂ ਮਨਾ ਕਰ ਦਿੱਤਾ ਸੀਗਾ ਕਿ ਨਾ ਭਾਈ ਮੈਂ ਸੁੰਨਤ ਨਹੀਂ ਕਰਾਉਣੀ। ਜੇ ਧਰਮੀ ਬਣਨਾ, ਜਿਹਦੇ ਕੋਲ ਚੰਗੇ ਗੁਣ ਹੋਣਗੇ, ਅਸਲ 'ਚ ਉਹ ਬੰਦਾ ਧਰਮੀ ਹੈ। ਕੱਲਾ ਧਰਮ ਦਾ ਪਹਿਰਾਵਾ ਪਾ ਕੇ ਬੰਦਾ ਧਰਮੀ ਨਹੀਂ ਬਣਦਾ। ਬਹੁਤ ਵੱਡਾ ਸਵਾਲ ਬਾਬਾ ਜੀ ਨੇ ਖੜਾ ਕਰ ਦਿੱਤਾ। ਜਿੰਨਾ ਟਾਈਮ ਸਾਡੇ ਅੰਦਰ ਚੰਗੇ ਗੁਣ ਨਹੀਂ ਹੈ, ਅਸੀਂ ਧਰਮੀ ਨਹੀਂ ਹਾਂ। ਕੱਲਾ ਪਹਿਰਾਵਾ ਸਾਨੂੰ ਧਰਮ ਦਾ ਨਾਮ ਦੇ ਨਾਲ ਅਸੀਂ ਨਹੀਂ ਜੋੜ ਸਕਦੇ ਕਿ ਜਿਹਨੇ ਧਰਮ ਦਾ ਪਹਿਰਾਵਾ ਪਾ ਲਿਆ ਜੀ ਉਹ ਧਰਮੀ ਹੋ ਗਿਆ, ਨਹੀਂ। ਬਾਬਾ ਕਬੀਰ ਜੀ ਕਹਿੰਦੇ ਉਹ ਧਰਮੀ ਹੈ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ ਤੇ ਜਿਹਦੇ ਕੋਲ ਚੰਗੇ ਗੁਣ ਹੈ।
ਬਾਬਾ ਜੀ ਨੇ ਸੁਨਤ ਨਹੀਂ ਕਰਾਈ, ਚਲਦੀ ਹੋਈ ਰੀਤ ਨੂੰ ਸੱਟ ਮਾਰ ਦਿੱਤੀ ਕਿ ਤੁਸੀਂ ਇਹ ਕਾਜੀ ਮੁੱਲਾ ਜੀ ਪਖੰਡ ਕਰਦੇ ਹੋ, ਅੱਲਾਹ ਤਾਲਾ ਦਾ ਸੁਨਤ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਬਾਬਾ ਕਬੀਰ ਜੀ ਦਾ ਬੋਲ ਬਾਲਾ ਦੁਨੀਆ 'ਚ ਹੋ ਗਿਆ। ਬਾਹਮਣਵਾਦ ਜਿਹੜਾ ਦੁਨੀਆ ਤੇ ਕਾਬਜ਼ ਹੋਇਆ ਸੀਗਾ, ਤੇ ਬਾਬੇ ਕਬੀਰ ਨੇ ਉਹਨਾਂ ਦੇ ਸਾਹਮਣੇ ਗੱਲ ਰੱਖੀ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੂੰ ਆਨ ਬਾਟ ਕਾਹੇ ਨਹੀਂ ਆਇਆ। ਕਿ ਜੇ ਤੁਸੀਂ ਬਾਹਮਣ ਕਹਿੰਦੇ ਹੋ ਕਿ ਅਸੀਂ ਆਪਣੇ ਆਪ ਨੂੰ ਸਭ ਤੋਂ ਵੱਡੇ ਆ, ਵੱਖਰੇ ਆ, ਤੇ ਬਾਬਾ ਕਬੀਰ ਜੀ ਕਹਿੰਦੇ ਜਿਸ ਪਰਮਾਤਮਾ ਨੇ ਕਿਰਿਆ ਦੇ ਨਾਲ ਦੁਨੀਆ ਵਿੱਚ ਮੈਨੂੰ ਭੇਜਿਆ, ਉਸੇ ਕਿਰਿਆ ਦੇ ਨਾਲ ਤੁਸੀਂ ਦੁਨੀਆ 'ਚ ਆਏ ਹੋ। ਤੁਹਾਡਾ ਕੋਈ ਰਾਹ ਵੱਖਰਾ ਨਹੀਂ ਹੈ ਦੁਨੀਆ ਵਿੱਚ ਆਉਣ ਦਾ, ਮੇਰਾ ਰਾਹ ਕੋਈ ਵੱਖਰਾ ਨਹੀਂ ਹੈ। ਅਸੀਂ ਮਾਤਾ ਦੇ ਗਰਭ ਰਾਹੀਂ ਦੁਨੀਆ ਦੇ ਵਿੱਚ ਸਾਰੇ ਇੱਕੋ ਤਰ੍ਹਾਂ ਆਏ ਆ, ਫਿਰ ਤੁਸੀਂ ਵੱਖਰੇ ਕਿੱਦਾਂ ਹੋ ਸਕਦੇ ਆ, ਤੁਸੀਂ ਵੱਡੇ ਕਿੱਦਾਂ ਹੋ ਸਕਦੇ ਆ। ਬਾਬਾ ਕਬੀਰ ਜੀ ਦੀ ਗੱਲਾਂ ਦਾ ਜਵਾਬ ਨਹੀਂ ਸੀਗਾ, ਤੁਹਾਨੂੰ ਉੱਚਾ ਮੈਂ ਤਾਂ ਮੰਨਾਂ, ਤੁਹਾਨੂੰ ਵੱਡਾ ਮੈਂ ਤਾਂ ਮੰਨਾਂ ਕਿ ਜੇ ਤੁਹਾਡੇ ਸਰੀਰ ਵਿੱਚ ਦੁੱਧ ਚੱਲਦਾ ਹੋਵੇ ਤੇ ਮੇਰੇ ਸਰੀਰ ਵਿੱਚ ਲਹੂ ਚੱਲਦਾ ਹੈ, ਮੇਰੇ ਵਿੱਚ ਵੀ ਲਹੂ ਹੈ, ਤੁਹਾਡੇ ਵਿੱਚ ਵੀ ਲਹੂ ਹੈ, ਮੇਰੇ ਲਹੂ ਦਾ ਰੰਗ ਵੀ ਲਾਲ ਹੈ, ਤੁਹਾਡੇ ਲਹੂ ਦਾ ਰੰਗ ਵੀ ਲਾਲ ਹੈ। ਜਿੱਦਾਂ ਦਾ ਸਰੀਰ ਮੇਰਾ ਉੱਦਾਂ ਦਾ ਸਰੀਰ ਤੇਰਾ ਆ। ਫਿਰ ਇਹ ਦੱਸੋ ਬਾਹਮਣ ਜੀ ਤੁਸੀਂ ਵੱਖਰੇ ਕਿੱਦਾਂ ਹੋ ਸਕਦੇ ਹੋ। ਜੋ ਤੋਂ ਬ੍ਰਾਹਮਣ ब्राह्मणी जाया तो आन वाट काहे नहीं आया। तुम कत ब्राह्मण हम कत शूद, हम कत लहू तुम कत दूध। बाबा कबीर जी ने कहा सीगा कि भाई असल च ब्राह्मण वो है, कहो कबीर सो ब्रह्म विचारे सो ब्राह्मण कहियत है हमारे। असल च ब्राह्मण वो है जो परमात्मा अकाल पुरख वाहेगुरु ब्रह्म नूं जान लवे। जिन्हें ब्रह्म नूं जान लिया याद रखियो समझ लियो वो सब तो वड्डा ब्राह्मण है। बाबा जी ਦੀਆਂ ਗੱਲਾਂ ਦਾ ਦੁਨੀਆ ਦੇ ਵਿੱਚ ਬਹੁਤ ਬੋਲਬਾਲਾ ਹੋ ਗਿਆ। ਦੁਨੀਆ ਬਾਬਾ ਜੀ ਦੀ ਗੱਲਾਂ ਨੂੰ ਸੁਣ ਕੇ ਪਖੰਡਵਾਦ ਵਿੱਚੋਂ ਨਿਕਲ ਕੇ ਇੱਕ ਸੱਚ ਦੇ ਮਾਰਗ ਨੂੰ ਅਪਣਾ ਕੇ ਤੁਰ ਪਏ। ਹੁਣ ਦੁਨੀਆ ਦਾ ਇੱਕ ਸੁਭਾਅ ਆ ਸੰਗਤ ਜੀ, ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ। ਦੁਨੀਆ ਦਾ ਸੁਭਾਅ ਕੀ ਆ? ਕਿਸੇ ਪਿੰਡ ਦੇ ਵਿੱਚ ਨਾ 100 ਘਰ ਸੀਗੇ ਜੀ। ਇੱਕ ਬੰਦੇ ਨੇ ਮਿਹਨਤ ਕੀਤੀ, ਉਹ ਲਾਗਲੇ ਸ਼ਹਿਰ ਵਿੱਚ ਗਿਆ ਤੇ ਜਾ ਕੇ ਉੱਥੋਂ ਤੋਂ ਲੈਂਟਰ ਲਿਆਂਦਾ ਉਹਨੇ ਤੇ ਲਾ ਕੇ ਉਹਨੇ ਆਪਣੇ ਘਰ ਦੇ ਵਿੱਚ ਬਾਲ ਦਿੱਤਾ। ਜਾਂ ਮੈਂ ਕਹਿ ਲਵਾਂ ਕਿ ਦੀਵਾ ਲਿਆਂਦਾ, ਦੀਵਾ ਬਾਲ ਦਿੱਤਾ ਉਹਨੇ ਘਰ ਵਿੱਚ। 100 ਘਰ ਸੀਗੇ, ਸਾਰੀ ਉਮਰ ਹਨੇਰੇ 'ਚ ਕੱਢਤੀ, ਪਰ ਇੱਕ ਨੇ ਕਿਸੇ ਤਰੀਕੇ ਦੇ ਨਾਲ ਆਪਣੇ ਘਰ 'ਚ ਦੀਵਾ ਬਾਲ ਲਿਆ। ਹੁਣ 99 ਘਰ ਇਹ ਦੇਖਦੇ ਆ ਕਿ ਇਹਦੇ ਘਰ ਵਿੱਚ ਦੀਵਾ ਬਲ ਗਿਆ ਤੇ ਸਾਡੇ 99 ਘਰਾਂ 'ਚ ਦੀਵਾ ਬਲਿਆ ਨਹੀਂ ਹੈ। ਹੁਣ ਹੁੰਦੇ ਜੇ ਸਿਆਣੇ, ਫਿਰ ਉਹਦੇ ਕੋਲ ਜਾਂਦੇ ਕਿ ਭਾਈ ਸਾਹਿਬ ਤੁਸੀਂ ਜੁਗਤੀ ਦੱਸਿਓ, ਤੁਸੀਂ ਇਹ ਦੀਵਾ ਕਿੱਦਾਂ ਬਾਲ ਲਿਆ, ਅਸੀਂ ਵੀ ਆਪਣੇ ਘਰ ਦਾ ਹਨੇਰਾ ਦੂਰ ਕਰਨਾ, ਇਹ ਦੀਵਾ ਬਾਲਣਾ। ਇਹ ਸੀਗਾ ਸਿਆਣਾ ਪੱਖ। ਪਰ ਹੁਣ 99 ਨੇ ਕਿਹਾ ਜੀ ਸਾਡੇ ਘਰ 'ਚ ਹਨੇਰਾ ਤੇ ਉਹਦੇ ਘਰ 'ਚ ਚਾਨਣ ਕਿਵੇਂ ਹੋ ਗਿਆ। 99 ਦਾ ਯਤਨ ਹੁਣ ਇਹ ਲੱਗ ਗਿਆ ਕਿ ਅਸੀਂ ਉਹਦਾ ਦੀਵਾ ਵੀ ਬੁਝਾ ਦੇਈਏ, ਜੇ ਅਸੀਂ ਹਨੇਰੇ ਵਿੱਚ ਆ ਤੇ ਉਹਨੂੰ ਵੀ ਹਨੇਰੇ 'ਚ ਰੱਖੀਏ। ਇਹਨਾਂ ਨੇ ਇਹ ਨਹੀਂ ਸੋਚਿਆ ਜੀ ਇੱਕ ਚਾਨਣ ਵਿੱਚ ਆ ਗਿਆ, ਇਹੀ ਇੱਕ ਬੰਦਾ 99 ਨੂੰ ਵੀ ਚਾਨਣ 'ਚ ਲਿਆ ਸਕਦਾ ਆ। ਪਰ ਉਹਨਾਂ ਨੇ ਇਹ ਸੋਚਿਆ ਕਿ ਜੇ ਅਸੀਂ ਹਨੇਰੇ 'ਚ ਆ ਤੇ ਇਹ ਵੀ ਹਨੇਰੇ ਵਿੱਚ ਆ ਜਾਵੇ। ਦੁਨੀਆ ਦਾ ਦਸਤੂਰ ਇਹ ਹੈ ਕਿ ਜਦੋਂ ਬੰਦਾ ਕੋਈ ਸੱਚ ਦੇ ਮਾਰਗ ਤੇ ਤੁਰਦਾ ਹੈ ਨਾ, ਜੋ ਕੋਈ ਸੱਚ ਦੀ ਗੱਲ ਦੁਨੀਆ ਨੂੰ ਦੱਸਦਾ ਹੈ, ਦੁਨੀਆ ਨੂੰ ਦੱਸਦਾ ਆ ਕਿ ਤੁਸੀਂ ਇੱਥੋਂ ਵੀ ਲੁੱਟੇ ਜਾ ਰਹੇ ਹੋ, ਇੱਥੋਂ ਵੀ ਲੁੱਟੇ ਜਾ ਰਹੇ ਹੋ, ਮਾਫ ਕਰਿਓ ਦੁਨੀਆ ਉਸ ਬੰਦੇ ਦੀ ਕਦਰ ਨਹੀਂ ਕਰਦੀ। ਕਦਰ ਉਦੋਂ ਕਰਦੀਗਾ ਜਦੋਂ ਉਹ ਬੰਦਾ ਮਰ ਜਾਂਦਾ, ਜਦੋਂ ਉਹ ਬੰਦਾ ਦੁਨੀਆ ਛੱਡ ਕੇ ਚਲਾ ਜਾਂਦਾ ਆ। ਫਿਰ ਜਦੋਂ ਜਿਹੜੀਆਂ ਉਹ ਗੱਲਾਂ ਕਹਿੰਦਾ ਆ, ਫਿਰ ਉਹ ਗੱਲਾਂ ਜਦੋਂ ਸੱਚ ਹੁੰਦੀਆਂ ਆ, ਫਿਰ ਬੰਦਾ ਸੋਚਦਾ ਕਿ ਨਹੀਂ ਉਹ ਬੰਦਾ ਸੱਚ ਬੋਲਦਾ ਸੀਗਾ, ਸਾਨੂੰ ਉਸ ਸਮੇਂ ਉਸ ਬੰਦੇ ਦੀ ਗੱਲ ਦਾ ਪਤਾ ਨਹੀਂ ਲੱਗਿਆ, ਉਹਦੀ ਸਮਝ ਨਹੀਂ ਪਈ। ਹੁਣ ਬਾਬਾ ਕਬੀਰ ਜੀ ਦੁਨੀਆ ਨੂੰ ਕਹਿੰਦੇ ਕਿ ਬਾਹਮਣਵਾਦ ਜਿਹੜਾ ਪਖੰਡ ਦਾ ਰਸਤਾ ਹੈ, ਤੁਸੀਂ ਬਾਹਮਣਵਾਦ ਛੱਡੋ ਜੀ ਖਹਿੜਾ। ਪਰ ਦੁਨੀਆ ਮੰਨੇ ਨਾ। ਬਾਬਾ ਕਬੀਰ ਜੀ ਦੇ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਰੋਜ਼ ਕੀ ਹੁੰਦਾ ਸੀਗਾ, ਇੱਕ ਬਾਹਮਣ ਜੀ ਕਥਾ ਕਰਦੇ ਸੀਗੇ। ਉਹ ਕਥਾ ਘੱਟ ਕਰਦੇ ਸੀਗੇ ਤੇ ਬਾਬੇ ਕਬੀਰ ਜੀ ਦੀ ਨਿੰਦਿਆ ਵੱਧ ਕਰਦੇ ਸੀਗੇ, ਕਿਉਂਕਿ ਬਾਬੇ ਕਬੀਰ ਨੇ ਉਹਨਾਂ ਦੀ ਦੁਕਾਨ ਬੰਦ ਕਰਤੀ ਕਿ ਦੁਨੀਆ ਦੇ ਵਿੱਚ ਤੁਸੀਂ ਪਖੰਡ ਕੀਤਾ ਹੈ। ਉਹਨੇ ਮੰਦਿਰ ਵਿੱਚ ਕਥਾ ਕਰਨੀ ਜੀ, ਬਾਬਾ ਕਬੀਰ ਜੀ ਦੀ ਨਿੰਦਿਆ ਕਰਨੀ ਕਿ ਹੁਣ ਜਲਾਹਿਆਂ ਦੇ ਘਰਾਂ ਵਿੱਚੋਂ ਉੱਠ ਕੇ ਲੋਕ ਸਾਨੂੰ ਉਪਦੇਸ਼ ਦੇਣਗੇ, ਅਸੀਂ ਬਾਹਮਣ ਆ ਤੇ ਉਹ ਸ਼ੂਦਰ ਨੇ, ਹੁਣ ਸ਼ੂਦਰਾਂ ਤੋਂ ਅਸੀਂ ਉਪਦੇਸ਼ ਲੈਣਾ। ਹੁਣ ਸ਼ੂਦਰ ਵੀ ਭਗਤੀ ਕਰਨਗੇ, ਹੁਣ ਸ਼ੂਦਰ ਵੀ ਪ੍ਰਮਾਤਮਾ ਦਾ ਨਾਮ ਲੈਣਗੇ।
ਉਹਨੇ ਸਾਰੀ ਕਥਾ ਦੇ ਵਿੱਚ ਉਹਨੇ ਬਾਬਾ ਕਬੀਰ ਜੀ ਦੀ ਨਿੰਦਿਆ ਕਰਨੀ, ਮਾੜਾ ਬੋਲਣਾ ਜੀ। ਬਾਬਾ ਕਬੀਰ ਜੀ ਦੇ ਮਿੱਤਰ ਨੇ ਆ ਕੇ ਬਾਬਾ ਕਬੀਰ ਜੀ ਨੂੰ ਦੱਸਿਆ, ਕਹਿੰਦੇ ਬਾਬਾ ਕਬੀਰ ਜੀ ਕਿ ਤੁਹਾਡੇ ਬਾਰੇ ਨਾ ਆਪਣੇ ਪਿੰਡ ਵਾਲਾ ਜਿਹੜਾ ਬਾਹਮਣ ਹੈ ਜੀ ਬਹੁਤ ਮਾੜਾ ਬੋਲਦਾ। ਬਾਬਾ ਕਬੀਰ ਜੀ ਕਹਿੰਦੇ ਕੋਈ ਗੱਲ ਨਹੀਂ, ਬੋਲੀ ਜਾਂਦੇ ਭਾਈ, ਲੋਕਾਂ ਦਾ ਕੰਮ ਹੈ ਨਿੰਦਿਆ ਕਰਨੀ, ਸੱਚ ਨਹੀਂ ਬਰਦਾਸ਼ਤ ਹੁੰਦਾ। ਬਾਬਾ ਕਬੀਰ ਜੀ ਨੇ ਆਪਣੇ ਪੁੱਤਰ ਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ, ਕਹਿੰਦਾ ਕੰਮ ਕਰ ਪੁੱਤਰ, ਆਪਣੀ ਮਾਂ ਨੂੰ ਕਹਿ ਕਿ ਜੋ ਕੁਛ ਘਰੇ ਤਿਆਰ ਹੁੰਦਾ ਨਾ ਉਹਨੂੰ ਤਿਆਰ ਕਰ, ਤੇ ਤਿਆਰ ਕਰਕੇ ਨਾ ਪਿੰਡ ਦਾ ਜਿਹੜਾ ਬਾਹਮਣ ਕਥਾ ਕਰਦਾ ਉਹਨੂੰ ਜਾ ਕੇ ਦੇ ਕੇ ਆ। ਮਾਂ ਨੇ ਰੋਜ਼ ਰੋਟੀ ਤਿਆਰ ਕਰਨੀ, ਕਬੀਰ ਜੀ ਦੇ ਪੁੱਤਰ ਨੇ ਰੋਟੀ ਨੂੰ ਪੈਕ ਕਰਨਾ, ਜਾ ਕੇ ਬਾਹਮਣ ਨੂੰ ਦੇ ਆਉਣੀ ਜੀ। ਲਗਾਤਾਰ ਹਫ਼ਤਾ ਜਾਂਦਾ ਰਿਹਾ ਜੀ। ਬਾਬਾ ਕਬੀਰ ਜੀ ਨੇ ਪੁੱਛਿਆ, ਕਹਿੰਦੇ ਪੁੱਤਰ ਹੁਣ ਉਹਨੇ ਬੰਦ ਕਰਤੀ ਨਿੰਦਿਆ ਕਰ? ਨਹੀਂ ਬਾਪੂ, ਹਲੇ ਵੀ ਨਿੰਦਿਆ ਕਰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਕੰਮ ਕਰ, ਥੋੜੀ ਸੇਵਾ ਵਧਾ ਦੇ। ਸੇਵਾ ਕਿੱਦਾਂ ਵਧਾਈ ਗਈ ਜੀ? ਉਹਨੂੰ ਕਹੋ ਕਿ ਪੰਡਤ ਜੀ ਆਪਣੇ ਕੱਪੜੇ ਵੀ ਦੇ ਦਿਆ ਕਰੋ, ਅਸੀਂ ਤੁਹਾਡੇ ਕੱਪੜੇ ਵੀ ਧੋ ਦਿਆ ਕਰ। ਪੰਡਤ ਜੀ ਨੇ ਆਪਣੇ ਕੱਪੜੇ ਦੇਣੇ ਜੀ। ਹਫ਼ਤਾ ਹੋ ਗਿਆ, ਹੁਣ ਰੋਟੀ ਵੀ ਜਾਂਦੀ ਹੈ ਜੀ, ਕੱਪੜੇ ਵੀ ਧੋਤੇ ਜਾ ਰਹੇ ਆ। ਹੁਣ ਨਿੰਦਿਆ ਬੰਦ ਕਰਤੀ? ਨਹੀਂ ਜੀ, ਹਾਲੇ ਵੀ ਨਹੀਂ ਬੰਦ ਕੀਤੀ। ਬਾਬਾ ਕਬੀਰ ਜੀ ਕਹਿੰਦੇ ਹੋਰ ਵਧਾ ਦਿਓ ਸੇਵਾ। ਹੁਣ ਸੇਵਾ ਹੋਰ ਇਹ ਵਧਾਉਣੀ ਹੈ ਕਿ ਜਦੋਂ ਤੂੰ ਜਾਣਾ ਮੇਰੇ ਤੋਂ ਕੁਝ ਨਾ ਕੁਝ ਪੈਸੇ ਵੀ ਲੈ ਕੇ ਜਾਣੇ ਆ। ਹੁਣ ਉਹ ਪੰਡਤ ਨਿੰਦਿਆ ਕਰਦਾ, ਬਾਬਾ ਕਬੀਰ ਜੀ ਘਰੋਂ ਰੋਟੀ ਵੀ ਭੇਜਦੇ ਆ, ਉਹਦੇ ਕੱਪੜੇ ਵੀ ਧੋ ਰਹੇ ਆ ਤੇ ਉਹਨੂੰ ਪੈਸਾ ਵੀ ਭੇਜ ਰਹੇ ਆ। ਜਦੋਂ ਮਹੀਨਾ ਹੋ ਗਿਆ ਨਾ, ਪੰਡਤ ਨੇ ਪੁੱਛਿਆ ਕਿ ਬੱਚਾ ਲਗਾਤਾਰ ਹੋ ਗਿਆ ਮਹੀਨਾ ਮੇਰੀ ਸੇਵਾ ਕਰਦਾ, ਪੁੱਛਾ ਸੀ ਹੈ ਕੌਣ ਆ? ਪੰਡਤ ਜੀ ਨੇ ਪੁੱਛਿਆ, ਕਹਿੰਦੇ ਪੁੱਤਰ ਕੌਣ ਆ ਤੂੰ? 1 ਮਹੀਨੇ ਤੋਂ ਮੈਨੂੰ ਰੋਟੀ ਵੀ ਲਿਆ ਰਿਹਾ, ਮੇਰੇ ਕੱਪੜੇ ਵੀ ਧੋ ਰਿਹਾ, ਮੈਨੂੰ ਤੂੰ ਭੇਟਾ ਵੀ ਦੇ ਰਿਹਾ, ਕੌਣ ਆ ਤੂੰ? ਬੱਚੇ ਨੇ ਹੱਥ ਜੋੜੇ, ਕਹਿੰਦੇ ਮੈਂ ਬਾਬੇ ਕਬੀਰ ਦਾ ਪੁੱਤਰ ਹੈ ਜੀ, ਜਲਾਇਆ ਦੇ ਘਰ ਚੋਂ ਹੈ। ਜਦੋਂ ਇਹ ਗੱਲ ਪੰਡਤ ਜੀ ਨੇ ਸੁਣੀ, ਦੂਸਰੇ ਦਿਨ ਪੰਡਤ ਜੀ ਨੇ ਬਾਬੇ ਕਬੀਰ ਦੀ ਨਿੰਦਿਆ ਕਰਨੀ ਬੰਦ ਕਰ ਦਿੱਤੀ। ਹੁਣ ਆਪਣੀ ਕਥਾ ਕਰਦਾ ਜੀ, ਬਾਬਾ ਕਬੀਰ ਜੀ ਨੂੰ ਗੱਲੇ ਨਹੀਂ ਕਰਦਾ। ਹੁਣ ਜਦੋਂ ਨਿੰਦਿਆ ਕਰਨੀ ਬੰਦ ਕਰਤੀ ਤੇ ਬਾਬਾ ਕਬੀਰ ਜੀ ਆਪਣੇ ਪੁੱਤਰ ਨੂੰ ਕਹਿੰਦੇ ਪੁੱਤਰ ਨਾ ਹੁਣ ਘਰ ਤੋਂ ਰੋਟੀ ਲੈ ਕੇ ਜਾਣੀ ਆ, ਨਾ ਬਾਹਮਣ ਜੀ ਦੇ ਕੱਪੜੇ ਲੈ ਕੇ ਆਉਣੇ, ਨਾ ਪੈਸਾ ਲੈ ਕੇ ਜਾਣਾ, ਹੁਣ ਕੁਝ ਨਹੀਂ ਕਰਨਾ, ਹੁਣ ਤੂੰ ਆਪਣਾ ਘਰੇ ਬੈਠ। 4 ਕੁ ਦਿਨ ਬਤੀਤ ਹੋਏ ਤੇ ਪੰਡਤ ਜੀ ਦੇਖਦੇ ਆ ਕਿ ਹੁਣ ਤਾਂ ਮੈਂ ਕਬੀਰ ਜੀ ਦੇ ਬਾਰੇ ਕੁਛ ਮਾੜਾ ਵੀ ਨਹੀਂ ਬੋਲਦਾ, ਹੁਣ ਕਬੀਰ ਜੀ ਦਾ ਬੇਟਾ ਕਿਉਂ ਨਹੀਂ ਆ ਰਿਹਾ? ਪੰਡਤ ਜੀ ਬਾਬਾ ਕਬੀਰ ਜੀ ਦੇ ਘਰੇ ਆ ਗਏ ਤੇ ਬਾਬਾ ਕਬੀਰ ਜੀ ਨੂੰ ਗੱਲ ਕਹਿੰਦੇ ਆ, ਕਹਿੰਦੇ ਪਹਿਲਾਂ ਮੈਂ ਤੁਹਾਡੀ ਨਿੰਦਿਆ ਕਰਦਾ ਸੀ, ਧਿਆਨ ਦਿਓ ਜੀ ਗੱਲ ਵੱਲ, ਪਹਿਲਾਂ ਮੈਂ ਤੁਹਾਡੀ ਨਿੰਦਿਆ ਕਰਦਾ ਸੀ, ਤੁਸੀਂ ਮੈਨੂੰ ਰੋਟੀ ਵੀ ਭੇਜਦੇ ਸੀਗੇ, ਕੱਪੜੇ ਵੀ ਧੋਂਦੇ ਸੀਗੇ ਤੇ ਮੈਨੂੰ ਪੈਸਾ ਵੀ ਭੇਜਦੇ ਸੀਗੇ। ਹੁਣ ਮੈਂ ਤੁਹਾਡੀ ਨਿੰਦਿਆ ਕਰਨੀ ਬੰਦ ਕਰਤੀ, ਹੁਣ ਤੁਸੀਂ ਕੁਝ ਵੀ ਨਹੀਂ ਭੇਜਦੇ। ਗੱਲ ਮੈਨੂੰ ਸਮਝ ਨਹੀਂ ਪਈ। ਬਾਬਾ ਕਬੀਰ ਜੀ ਕਹਿੰਦੇ ਅਸਲ 'ਚ ਪੰਡਤ ਜੀ ਤੁਸੀਂ ਸਾਡੀ ਨੌਕਰੀ ਕਰਦੇ ਸੀਗੇ, ਧਿਆਨ ਦਿਓ ਜੀ, ਤੁਸੀਂ ਸਾਡੀ ਨੌਕਰੀ ਕਰਦੇ ਸੀ। ਪੰਡਤ ਜੀ ਕਹਿੰਦੇ ਨੌਕਰੀ ਕਿੱਦਾਂ? ਕਹਿੰਦੇ ਤੁਸੀਂ ਨਿੰਦਿਆ ਕਰ ਕਰਕੇ ਨਾ ਜੀ ਸਾਡੇ ਅੰਦਰ ਨੂੰ ਧੋ ਰਹੇ ਸੀਗੇ, ਸਾਡੇ ਅੰਦਰ ਨੂੰ ਸਾਫ਼ ਕਰਦੇ ਸੀਗੇ। ਹੁਣ ਤੁਸੀਂ ਨਿੰਦਿਆ ਕਰਨੀ ਬੰਦ ਕਰਤੀ, ਸਾਡੀ ਨੌਕਰੀ ਤੁਸੀਂ ਬੰਦ ਕਰਤੀ ਤੇ ਅਸੀਂ ਤੁਹਾਨੂੰ ਭੇਟਾ ਰੋਟੀ ਤੁਹਾਡੇ ਕੱਪੜੇ ਧੋਣੇ ਬੰਦ ਕਰਦੇ। ਬਾਬਾ ਕਬੀਰ ਜੀ ਨੂੰ ਪੰਡਤ ਪੁੱਛਦਾ, ਕਹਿੰਦਾ ਨਿੰਦਿਆ ਕਰਨੀ ਏਡਾ ਵੱਡਾ ਪਾਪ ਹੈ? ਬਾਬਾ ਕਬੀਰ ਜੀ ਕਹਿੰਦੇ ਨਿੰਦਾ ਏਡਾ ਵੱਡਾ ਪਾਪ ਹੈ ਕਿ ਜਿਹੜਾ ਬੰਦਾ ਨਿੰਦਿਆ ਕਰਦਾ ਉਹ ਨਰਕ 'ਚ ਪਏਗਾ ਤੇ ਜਿਸ ਬੰਦੇ ਦੀ ਨਿੰਦਿਆ ਹੋ ਰਹੀ ਹੈ ਤੇ ਉਹਨੂੰ ਸਵਰਗ ਮਿਲੇਗਾ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਮੈਨੂੰ ਤਾਂ ਬੜੀ ਸੋਹਣੀ ਲੱਗਦੀ ਹੈ ਨਿੰਦਾ, ਤੁਸੀਂ ਕਰੋ ਜਿੰਨੀ ਕਰ ਸਕਦੇ ਹੋ। ਤੇ ਇੱਥੋਂ ਤੱਕ ਸ਼ਬਦ ਗੁਰਬਾਣੀ ਨੇ ਸਾਨੂੰ ਕਿਹਾ ਕਿ ਭਾਈ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਤ ਕਰਨ ਮੋਹ ਕਾਲੇ ਤਿੰਨਾ ਨਿੰਦਕਾ ਨਰਕੇ ਘੋਰ ਪਵਨ। ਜਿਹੜੇ ਲੋਕ ਕਿਸੇ ਦੀ ਨਿੰਦਿਆ ਕਰਦੇ ਆ ਸਤਿਗੁਰ ਜੀ ਦੇ ਘਰ ਵਿੱਚ ਉਹਨਾਂ ਦੇ ਮੂੰਹ ਕਾਲੇ ਹੋਣੇ ਆ। ਤੇ ਮੇਰੇ ਮਾਲਕ ਜੀ ਕਹਿੰਦੇ ਜਿਸ ਬੰਦੇ ਦੀ ਨਿੰਦਿਆ ਹੋ ਰਹੀ ਹੈ ਉਹਦੇ ਅੰਦਰ ਤੇ ਮੈਲ ਧੋਤੀ ਜਾ ਰਹੀ ਹੈ। ਮੰਨ ਲਵੋ ਜੇ ਸਾਡੀ ਕੋਈ ਨਿੰਦਿਆ ਕਰਦਾ ਨਾ, ਸਾਡੇ ਬਾਰੇ ਮਾੜਾ ਬੋਲਦਾ, ਮਾੜਾ ਸੋਚਦਾ, ਫਿਕਰ ਨਾ ਕਰਿਆ ਕਰੋ, ਟੈਨਸ਼ਨ ਨਾ ਲਿਆ ਕਰੋ, ਸਗੋਂ ਖੁਸ਼ ਹੋਇਆ ਕਰੋ ਕਿ ਬਿਨਾਂ ਮਜ਼ਦੂਰੀ ਤੋਂ ਬਿਨਾਂ ਤਨਖਾਹ ਤੋਂ ਇਹ ਬੰਦਾ ਭਾਈ ਮੇਰੇ ਅੰਦਰ ਦੀ ਮੈਲ ਨੂੰ ਧੋ ਰਿਹਾ, ਜਿਹੜੀ ਮੇਰੀ ਮੈਲ ਧੋਤੀ ਜਾ ਰਹੀ ਹੈ ਆਪਣੇ ਸਿਰ ਚਾੜੀ ਜਾਂਦਾ। ਨਿੰਦਿਆ ਕਰਨ ਵਾਲਾ ਮੈਲ ਦਾ ਭਾਗੀ ਬਣਦਾ, ਨਰਕ ਦਾ ਭਾਗੀ ਬਣਦਾ, ਤੇ ਜਿਹਦੀ ਨਿੰਦਿਆ ਹੋ ਰਹੀ ਹੈ ਉਹਦੀ ਮੈਲ ਉਤਰ ਰਹੀ ਹੈ ਤੇ ਸਤਿਗੁਰ ਕਹਿੰਦੇ ਭਾਈ ਉਹ ਸਵਰਗ ਦਾ ਭਾਗੀ ਬਣਦਾ। ਬਾਬਾ ਕਬੀਰ ਜੀ ਜਦੋਂ ਇਹ ਗੱਲਾਂ ਕਹੀਆਂ ਕਿ ਭਾਈ ਇੱਕ ਗੱਲ ਯਾਦ ਰੱਖਿਓ, ਸਤਿਗੁਰ ਨੇ ਕਿਹਾ ਕਿ ਭਾਈ ਆਪਣੇ ਜੀਵਨ ਦੇ ਵਿੱਚ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ। ਕਹੋ ਕਬੀਰ ਜਨ ਕੋ ਨਿੰਦਾ ਸਾਰ, ਨਿੰਦਕ ਡੂਬਾ, ਜਿਹੜਾ ਨਿੰਦਾ ਕਰਨ ਵਾਲਾ ਡੁੱਬ ਗਿਆ, ਨਿੰਦਕ ਡੂਬਾ ਹਮ ਉਤਰੇ ਪਾਰ।
ਕਹਿੰਦੇ ਜਿਨ੍ਹਾਂ ਦੀ ਨਿੰਦਿਆ ਹੋ ਰਹੀ ਆ ਉਹ ਪਾਰ ਹੋ ਗਏ ਤੇ ਨਿੰਦਾ ਕਰਨ ਵਾਲਾ ਹਮੇਸ਼ਾ ਡੁੱਬਦਾ ਹੈ। ਪੰਡਤ ਜੀ ਬਾਬਾ ਕਬੀਰ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਬੀਰ ਜੀ ਦੇ ਪੈਰਾਂ 'ਚ ਡਿੱਗੇ ਕਿ ਮੈਨੂੰ ਨਹੀਂ ਪਤਾ ਸੀਗਾ ਜੀ ਕਿ ਨਿੰਦਿਆ ਕਰਨ ਦਾ ਐਡਾ ਵੱਡਾ ਪਾਪ ਹੈ। ਅੱਜ ਤੋਂ ਬਾਅਦ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ। ਉਹ ਪੰਡਤ ਬਾਬਾ ਕਬੀਰ ਜੀ ਦਾ ਸੇਵਕ ਬਣਦਾ। ਬਾਬਾ ਕਬੀਰ ਜੀ ਦਾ ਹੁਣ ਬਹੁਤ ਬੋਲਬਾਲਾ ਹੋ ਗਿਆ ਜੀ। ਦੁਨੀਆ ਬਾਬਾ ਕਬੀਰ ਜੀ ਨੂੰ ਪਿਆਰ ਕਰਨ ਲੱਗ ਪਈ। ਹੁਣ ਦੋ ਗੱਲਾਂ ਸੰਗਤ ਜੀ ਫੇਰ ਚੇਤੇ ਰੱਖਿਓ। ਜਦੋਂ ਤੁਹਾਡੀ ਚੜ੍ਹਾਈ ਹੁੰਦੀ ਹੈ ਨਾ ਜੀ, ਤੁਹਾਡਾ ਨਾਮ ਬਣਦਾ, ਤੁਹਾਡੀ ਦੁਨੀਆ ਦੇ ਵਿੱਚ ਸ਼ੋਭਾ ਬਣਦੀ ਹੈ, ਜ਼ਰੂਰੀ ਨਹੀਂ ਹੈ ਸਾਰੇ ਤੁਹਾਡੇ ਤੋਂ ਖੁਸ਼ ਹੋਣਗੇ। ਜਿੱਥੇ ਚਾਰ ਬੰਦੇ ਤੁਹਾਡੇ ਤੋਂ ਖੁਸ਼ ਹੁੰਦੇ ਆ ਨੇ ਕਿ ਸਾਡਾ ਇਹ ਭਰਾ ਤਰੱਕੀ ਕਰ ਰਿਹਾ, ਅੱਗੇ ਵਧ ਰਿਹਾ ਆ, ਤੇ ਉੱਥੇ 8 ਬੰਦੇ ਇਸ ਗੱਲੋਂ ਸੜਦੇ ਵੀ ਹੈ ਕਿ ਕਿਉਂ ਅੱਗੇ ਵਧ ਰਿਹਾ ਆ, ਇਹ ਕਿਉਂ ਤਰੱਕੀ ਕਰ ਰਿਹਾ। ਜੇ 4 ਥਾਪੜਾ ਦੇਣ ਵਾਲੇ ਹੁੰਦੇ ਆ ਤੇ ਯਾਦ ਰੱਖਿਓ 8 ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ। ਇਹ ਦੁਨੀਆ ਦਾ ਦਸਤੂਰ ਹੈ, ਚੱਲਦਾ ਰਹਿਣਾ ਆ। ਹੁਣ ਬਾਬਾ ਕਬੀਰ ਜੀ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ ਤੇ ਬਾਬਾ ਕਬੀਰ ਜੀ ਨੂੰ ਮਾੜਾ ਬੋਲਣ ਵਾਲੇ ਵੀ ਬਹੁਤ ਨੇ। ਇੱਕ ਬਹੁਤ ਵੱਡਾ ਅਮੀਰ ਬੰਦਾ ਬਾਬਾ ਕਬੀਰ ਜੀ ਕੋਲ ਆਇਆ ਤੇ ਬਾਬਾ ਕਬੀਰ ਜੀ ਨੂੰ ਕਹਿੰਦਾ ਜੀ ਕਿਰਪਾ ਕਰਕੇ ਦੁਨੀਆ ਨੂੰ ਤੁਸੀਂ ਨਾਮ ਦਿੰਦੇ ਹੋ, ਉਪਦੇਸ਼ ਦਿੰਦੇ ਹੋ, ਗਿਆਨ ਦਿੰਦੇ ਹੋ ਤੇ ਮੈਨੂੰ ਵੀ ਦੇਵੋ। ਬਾਬਾ ਕਬੀਰ ਜੀ ਕਹਿੰਦੇ ਕੋਈ ਨਹੀਂ ਦੇਵਾਂਗੇ, ਬੈਠ ਹਲੇ ਸੰਗਤ ਬੈਠੀ ਹੈ ਤੇ ਸੰਗਤ ਨਾਲ ਕੋਈ ਉਪਦੇਸ਼ ਦੀ ਗੱਲ ਚੱਲ ਰਹੀ ਹੈ, ਇਹਨਾਂ ਦੀ ਬਾਰੀ ਖਤਮ ਹੋ ਜਾਵੇ, ਉਪਦੇਸ਼ ਮੈਂ ਦੇ ਦੇਵਾਂ ਫਿਰ ਮੈਂ ਤੈਨੂੰ ਦੇ ਦਿਆਂਗਾ। ਹੁਣ ਜਿਹੜਾ ਬੰਦੇ ਕੋਲ 4 ਛਿੱਲੜ ਹੋਵੇ ਨਾ ਉਹ ਕਹਿੰਦਾ ਮੈਂ ਇੰਤਜ਼ਾਰ ਕਿਉਂ ਕਰਾਂ, ਮੈਂ ਭਾਈ ਇੱਥੇ ਕਿਉਂ ਬੈਠਾ। ਉਹ ਬੜਾ ਕਾਲਾ ਪਵੇ, ਬਾਰ-ਬਾਰ ਕਵੇ ਜੀ ਮੈਨੂੰ ਉਪਦੇਸ਼ ਦੇਵੋ, ਮੈਨੂੰ ਉਪਦੇਸ਼ ਦੇਵੋ। ਬਾਬਾ ਕਬੀਰ ਜੀ ਨੂੰ ਫੇਰ ਕਹੀ ਜਾਣ ਕਿ ਸਬਰ ਕਰ, ਸੰਤੋਖ ਕਰ, ਬੈਠ, ਸਹਿਜ ਅਵਸਥਾ ਨਾਲ ਦਿੰਦੇ ਆ। ਸਿਆਣਿਆਂ ਨੇ ਬੜੀ ਪਿਆਰੀ ਗੱਲ ਕਹੀ ਹੈ ਜੀ, ਜਿਸ ਬੰਦੇ ਦੇ ਜੀਵਨ ਦੇ ਵਿੱਚ ਸਹਿਜ, ਸੰਤੋਖ, ਸਬਰ ਨਹੀਂ ਗਏ, ਫਿਰ ਧਿਆਨ ਦਿਓ ਜੀ, ਜਿਸ ਬੰਦੇ ਦੇ ਕੋਲ ਸਹਿਜ, ਸੰਤੋਖ, ਸਬਰ ਨਹੀਂ ਹੈ ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਧਰਮੀ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਉਹਦੇ ਜੀਵਨ 'ਚ ਸਹਿਜ, ਸੰਤੋਖ ਤੇ ਸਬਰ ਹੁੰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਕੋਈ ਗੱਲ ਨਹੀਂ ਮੈਂ ਦਿੰਦਾ, ਤੂੰ ਬੈਠਦਾ ਸਹੀ, ਪਰ ਨਹੀਂ ਮੰਨੇ ਜੀ, ਬਾਰ-ਬਾਰ ਕਵੇ ਜੀ ਮੈਨੂੰ ਉਪਦੇਸ਼ ਦਿਓ, ਉਪਦੇਸ਼ ਦਿਓ। ਬਾਬਾ ਕਬੀਰ ਜੀ ਕਹਿੰਦੇ ਮੈਨੂੰ ਇਹ ਦੱਸ ਕਿ ਜੇ ਮੈਂ ਤੈਨੂੰ ਰੱਬੀ ਉਪਦੇਸ਼ ਦੇਵਾਂਗਾ ਤੇ ਤੂੰ ਮੈਨੂੰ ਕੀ ਦੇਵੇਂਗਾ। ਹੁਣ ਬੰਦਾ ਪਹਿਲੀ ਪੈਸੇ ਵਾਲਾ ਸੀਗਾ, ਹੰਕਾਰਿਆ ਸੀਗਾ ਜੀ, ਕਹਿੰਦਾ ਦੱਸੋ ਜੀ ਕੀ ਚਾਹੀਦਾ ਤੁਹਾਨੂੰ, ਮੈਂ ਤੁਹਾਨੂੰ ਦੇਵਾਂਗਾ। ਕਿਹੜੀ ਭੇਟਾ ਚਾਹੀਦੀ ਹੈ, ਕੀ ਦਾਨ ਚਾਹੀਦਾ ਆ, ਮੈਂ ਤੁਹਾਨੂੰ ਦੇ ਦਾਂਗਾ। ਹੁਣ ਅਸੀਂ ਇੱਥੇ ਵੀ ਥੋੜ੍ਹਾ ਜਿਹਾ ਮਾਫ ਕਰਿਓ ਗਲਤ ਹੈ। ਅਸੀਂ ਗੁਰੂ ਘਰ ਵਿੱਚ ਆਉਂਦੇ ਆ ਜੀ ਮੰਗਤੇ ਬਣ ਕੇ। ਹੁਣ ਜਦੋਂ ਅਸੀਂ ਇਹ ਕਹਿੰਦੇ ਨਾ ਮੈਂ ਗੁਰੂ ਘਰ ਨੂੰ ਆਹ ਚੀਜ਼ ਦਾਨ ਦਿੱਤੀ, ਉਦੋਂ ਅਸੀਂ ਦਾਤੇ ਬਣ ਜਾਂਦੇ ਆ। ਸਾਨੂੰ ਇਹ ਨਹੀਂ ਸਮਝ ਪੈਂਦਾ ਕਿ ਅਸੀਂ ਦਾਤੇ ਆ ਕਿ ਪਰਮਾਤਮਾ ਦਾਤਾ ਆ, ਅਸੀਂ ਮੰਗਤੇ ਆ ਕਿ ਪਰਮਾਤਮਾ ਮੰਗਤਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੇਟਾ ਦੇ ਸਕਦੇ ਆ, ਮਾਫ ਕਰਿਓ ਦਾਨ ਨਹੀਂ ਦੇ ਸਕਦੇ। ਦਾਨ ਹਮੇਸ਼ਾ ਛੋਟੇ ਨੂੰ ਦਿੱਤਾ ਜਾਂਦਾ ਆ, ਮਜਬੂਰ ਨੂੰ ਦਿੱਤਾ ਜਾਂਦਾ ਹੈ, ਗਰੀਬ ਨੂੰ ਦਿੱਤਾ ਜਾਂਦਾ ਆ, ਤੇ ਵੱਡੇ ਨੂੰ ਹਮੇਸ਼ਾ ਭੇਟਾ ਦਿੱਤੀ ਜਾਂਦੀ ਹੈ। ਇੱਥੇ ਗੁਰਦੁਆਰੇ ਪੱਖਾ ਵੀ ਬੰਦਾ ਦੇ ਕੇ ਨਾ ਮੈਂ ਗੁਰਦੁਆਰੇ 'ਚ ਪੱਖਾ ਦਾਨ ਕੀਤਾ ਆ, ਮੇਰਾ ਨਾਮ ਲਿਖ ਦਿਓ ਜੀ ਪੱਖੇ ਉੱਤੇ। ਗੁਰਦੁਆਰੇ ਪਾਲਕੀ ਦਾਨ ਕੀਤੇ ਜੀ, ਪਾਲਕੀ ਤੇ ਮੇਰਾ ਨਾਮ ਲਿਖ ਦਿਓ। ਅਸੀਂ ਗੁਰੂ ਘਰ 'ਚ ਭੇਟਾ ਦੇ ਕੇ ਆਪਣੇ ਹੰਕਾਰ ਦੀ ਬੋਲੀ ਦਾਨ ਸ਼ਬਦ ਕਹਿੰਦੇ ਆ ਜੀ, ਮੈਂ ਗੁਰੂ ਘਰ 'ਚ ਦਾਨ ਦਿੱਤਾ। ਮਾਫ ਕਰਿਓ ਗੁਰੂ ਘਰ ਵਿੱਚ ਕਦੇ ਦਾਨ ਨਹੀਂ ਦਿੱਤਾ ਜਾਂਦਾ, ਗੁਰੂ ਘਰ 'ਚ ਹਮੇਸ਼ਾ ਭੇਟਾ ਕੀਤੀ ਜਾਂਦੀ ਹੈ। ਜਦੋਂ ਦਾਨ ਸ਼ਬਦ ਅਸੀਂ ਵਰਤਦੇ ਹਾਂ ਉਦੋਂ ਸਾਡੇ ਹੰਕਾਰ ਦਾ ਪ੍ਰਗਟਾਵਾ ਹੁੰਦਾ ਕਿ ਮੈਂ ਵੱਡਾ ਆ, ਮੈਂ ਗੁਰੂ ਘਰ ਨੂੰ ਆਹ ਚੀਜ਼ਾਂ ਦਿੱਤੀਆਂ ਆ। ਪਰ ਅਸੀਂ ਇਹ ਨਹੀਂ ਸੋਚਦੇ ਕਿ ਦਿੱਤਾ ਹੋਇਆ ਸਭ ਕੁਝ ਪਰਮਾਤਮਾ ਦਾ ਆ। ਜੇ ਪਰਮਾਤਮਾ ਦੇ ਦਿੱਤੇ ਵਿੱਚੋਂ ਮੈਂ ਪਰਮਾਤਮਾ ਨੂੰ ਕੁਝ ਵਾਪਸ ਕਰ ਦਿੱਤਾ ਆ, ਇਹਦੇ ਵਿੱਚ ਮੇਰੀ ਵਡਿਆਈ ਨਹੀਂ ਹੈ, ਇਹਦੇ ਵਿੱਚ ਵਡਿਆਈ ਵੀ ਸਤਿਗੁਰ ਦੀ ਹੈ ਕਿ ਜਿਹਨੇ ਮੈਨੂੰ ਇੰਨੇ ਜੋਗਾ ਕੀਤਾ ਕਿ ਮੈਂ ਗੁਰੂ ਘਰ ਕੁਝ ਭੇਟਾ ਦੇ ਸਕਾਂ। ਪਰ ਅਸੀਂ ਨਹੀਂ ਇਸ ਗੱਲ ਨੂੰ ਸਮਝਦੇ। ਬਾਬਾ ਕਬੀਰ ਜੀ ਕਹਿੰਦੇ ਕਿ ਮੈਨੂੰ ਕੀ ਦੇਗਾ, ਕਹਿੰਦੇ ਬੋਲੋ ਜੀ ਕੀ ਚਾਹੀਦਾ। ਬਾਬਾ ਕਬੀਰ ਜੀ ਕਹਿੰਦੇ ਕੰਮ ਕਰ, ਮੈਨੂੰ 1 ਕਿਲੋ ਦੁੱਧ ਲਿਆ ਕੇ ਦੇ ਦੇ। ਬਹੁਤ ਛੋਟੀ ਜਿਹੀ ਭੇਟਾ। ਕਹਿੰਦਾ ਆਹ ਕੀ ਗੱਲ ਕਰਤੀ ਜੀ, ਮੈਂ ਹੁਣੇ ਜਾਂਦਾ ਲਿਆ ਜਾਂਦਾ, ਮੈਨੂੰ ਉਪਦੇਸ਼ ਦੇ ਦੋਗੇ। ਬਾਬਾ ਕਬੀਰ ਜੀ ਕਹਿੰਦੇ ਹਾਂ ਉਪਦੇਸ਼ ਦੇ ਦਾਂਗੇ। ਬੜਾ ਤੇਜ਼ੀ ਨਾਲ ਗਿਆ ਜੀ, ਤੇਜ਼ੀ ਨਾਲ ਵਾਪਸ ਆ ਗਿਆ। ਆਹ ਲਓ ਜੀ ਦੁੱਧ, ਕਰੋ ਭਾਂਡਾ, ਕਿਹੜੇ ਭਾਂਡੇ 'ਚ ਪਾਵਾਂ। ਬਾਬਾ ਕਬੀਰ ਜੀ ਨੇ ਭਾਂਡਾ ਚੱਕਿਆ ਜਿਹੜਾ ਅੱਤ ਦਾ ਗੰਦਾ ਸੀਗਾ ਜੀ, ਲਿਬੜਿਆ ਤਿਬੜਿਆ ਭਾਂਡਾ। ਬਾਬਾ ਕਬੀਰ ਜੀ ਨੇ ਅੱਗੇ ਕਰਤਾ, ਕਹਿੰਦਾ ਇਹਦੇ 'ਚ ਦੁੱਧ ਪਾ ਦੇ। ਹੁਣ ਇਹ ਬੰਦਾ ਅੱਖਾਂ ਦੇ ਨਾਲ ਦੇਖਦਾ ਕਿ ਜਿਹੜਾ ਭਾਂਡਾ ਮੇਰੇ ਅੱਗੇ ਕੀਤਾ ਇਹ ਤਾਂ ਗੰਦਾ ਬਹੁਤ ਹੈ, ਜੇ ਇਹਦੇ ਵਿੱਚ ਮੈਂ ਦੁੱਧ ਪਾਤਾ ਤਾਂ ਦੁੱਧ ਨੇ ਖਰਾਬ ਹੋ ਜਾਣਾ।
ਕਿਤੇ ਕੰਮ ਯੋਗ ਨਹੀਂ ਰਹਿਣਾ, ਵਰਤੋਂ ਯੋਗ ਨਹੀਂ ਰਹਿਣਾ। ਉਹ ਕਦੇ ਭਾਂਡੇ ਵੱਲ ਦੇਖਦਾ ਤੇ ਕਦੇ ਬਾਬੇ ਕਬੀਰ ਵੱਲ ਦੇਖਦਾ ਕਿ ਬਾਬਾ ਕਬੀਰ ਜੀ ਨੂੰ ਸਮਝ ਨਹੀਂ ਹੈ, ਇਹ ਗੰਦਾ ਭਾਂਡਾ ਮੇਰੇ ਅੱਗੇ ਕਰਤਾ। ਬਾਬਾ ਕਬੀਰ ਜੀ ਕਹਿੰਦੇ ਕੀ ਦੇਖਦਾ, ਭਾਂਡਾ ਪਾ ਦੇ, ਭਾਂਡੇ 'ਚ ਦੁੱਧ ਪਾ ਦੇ। ਹੁਣ ਆਖਰ ਨੂੰ ਇਹਨੇ ਆਪਣੀ ਚੁੱਪੀ ਤੋੜੀ, ਬੋਲਿਆ, ਕਹਿੰਦਾ ਬਾਬਾ ਜੀ ਇਹ ਭਾਂਡਾ ਅੱਤ ਦਾ ਗੰਦਾ ਆ, ਤੇ ਅੱਤ ਦੇ ਗੰਦੇ ਭਾਂਡੇ ਵਿੱਚ ਮੈਂ ਦੁੱਧ ਪਾਵਾਂਗਾ ਤੇ ਦੁੱਧ ਖਰਾਬ ਹੋ ਜਾਣਾ, ਦੁੱਧ ਟਿਕਣਾ ਨਹੀਂ ਹੈ, ਖਰਾਬ ਹੋ ਜਾਣਾ ਆ। ਭਾਂਡਾ ਸਾਫ਼ ਦਵੋ ਤਾਂ ਦੁੱਧ ਟਿਕੇਗਾ। ਤੇ ਬਾਬਾ ਕਬੀਰ ਜੀ ਕਹਿੰਦੇ ਆ ਤੇਰਾ ਪਹਿਲਾ ਉਪਦੇਸ਼ ਹੈ। ਜੇ ਤੂੰ ਕਹਿੰਦਾ ਨਾ ਮੈਨੂੰ ਨਾਮ ਦੋ, ਉਪਦੇਸ਼ ਦੋ, ਪਹਿਲਾਂ ਆਪਣੇ ਦਿਲ ਦਾ ਭਾਂਡਾ ਸਾਫ਼ ਕਰ। ਜਦੋਂ ਦਿਲ ਦਾ ਭਾਂਡਾ ਸਾਫ਼ ਹੋਏਗਾ ਤਾਂ ਨਾਮ ਟਿਕੇਗਾ। ਤੇ ਦਿਲ ਦਾ ਭਾਂਡਾ ਗੰਦਾ ਤੇ ਉੱਥੇ ਨਾਮ ਨੇ ਕਦੇ ਵੀ ਨਹੀਂ ਟਿਕਣਾ। ਸਤਿਗੁਰ ਦੀ ਬਾਣੀ ਕਹਿੰਦੀ ਆ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ। ਪਹਿਲਾਂ ਭਾਂਡਾ ਧੋ ਲਓ, ਧੋ ਕੇ ਧੁੱਪਾਂ 'ਚ ਸੁਕਾ ਲਓ, ਬਿਲਕੁਲ ਸਾਫ਼ ਕਰ ਲਓ। ਜਦੋਂ ਬਿਲਕੁਲ ਸਾਫ਼ ਹੋ ਗਿਆ ਫੇਰ ਦੁੱਧ ਲੈਣ ਜਾਇਓ, ਫੇਰ ਦੁੱਧ ਟਿਕਣਾ ਆ। ਗੰਦੇ ਭਾਂਡੇ 'ਚ ਦੁੱਧ ਪਾਓਗੇ ਕਦੇ ਵੀ ਨਹੀਂ ਟਿਕੇਗਾ। ਤੇ ਗੰਦੇ ਹਿਰਦੇ ਵਿੱਚ ਨਾਮ ਟਿਕਾਉਣ ਦੀ ਕੋਸ਼ਿਸ਼ ਕਰੋਗੇ, ਮਾਫ ਕਰੋ, ਗੰਦੇ ਹਿਰਦੇ ਵਿੱਚ ਵੀ ਨਾਮ ਨੇ ਕਦੇ ਨਹੀਂ ਟਿਕਣਾ। ਪਹਿਲਾਂ ਦਿਲ ਸਾਫ਼ ਕਰੋ, ਅੰਦਰ ਸਾਫ਼ ਕਰੋ। ਬਾਬਾ ਕਬੀਰ ਜੀ ਕਹਿੰਦੇ ਫੇਰ ਟਿਕਣਾ ਆ। ਬਾਬੇ ਕਬੀਰ ਜੀ ਦਾ ਉਪਦੇਸ਼ ਦੇਣ ਦਾ ਤਰੀਕਾ ਤੇ ਬਾਬੇ ਕਬੀਰ ਜੀ ਦਾ ਉਪਦੇਸ਼ ਇਸ ਬੰਦੇ ਦੇ ਉੱਤੇ ਇੰਨਾ ਅਸਰ ਕੀਤਾ, ਇਹਨੇ ਆਪਣਾ ਹੰਕਾਰ ਛੱਡ ਕੇ ਬਾਬਾ ਕਬੀਰ ਜੀ ਦੇ ਚਰਨ ਫੜ ਲਏ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਗੁਰੂ ਹੋ, ਕਿਰਪਾ ਕਰਕੇ ਤੁਸੀਂ ਮੈਨੂੰ ਅਧਿਆਤਮਕ ਦਾ ਮੈਨੂੰ ਤੁਸੀਂ ਹੁਣ ਰਾਹ ਦੱਸਣਾ ਕਿ ਕਿਵੇਂ ਮੈਂ ਅਧਿਆਤਮਾ ਦੇ ਰਾਹ 'ਤੇ ਤੁਰ ਕੇ ਉਸ ਪਰਮਾਤਮਾ ਨੂੰ ਮਿਲ ਸਕਦਾ। ਸੋ ਬਾਬਾ ਕਬੀਰ ਜੀ ਨੇ ਬਹੁਤ ਦੁਨੀਆ ਦੇ ਵਿੱਚ ਰਹਿ ਕੇ ਜਿੰਨਾ ਸਮਾਂ ਰਹੇ ਆ, ਕ੍ਰਾਂਤੀਕਾਰੀ ਬੋਲਾਂ ਦੇ ਨਾਲ ਇਸ ਦੁਨੀਆ ਨੂੰ ਜਗਾਇਆ, ਇਸ ਦੁਨੀਆ ਨੂੰ ਸਿੱਧੇ ਰਸਤੇ ਪਾਇਆ। ਜਿਹੜੀ ਦੁਨੀਆ ਪਖੰਡਵਾਦ ਵਿੱਚ ਫਸੀ ਸੀਗੀ, ਜਿਹੜੀ ਦੁਨੀਆ ਬਾਹਮਣਵਾਦ 'ਚ ਫਸੀ ਸੀਗੀ, ਬਾਬੇ ਕਬੀਰ ਨੇ ਸੱਚ ਦਾ ਉਪਦੇਸ਼ ਦੇ ਕੇ ਇਹਨਾਂ ਦੁਨੀਆ ਨੂੰ ਇਹਨਾਂ ਕਰਮ ਕਾਂਡਾਂ 'ਚੋਂ ਕੱਢਿਆ ਆ ਕਿ ਤੁਸੀਂ ਇਹਨਾਂ ਕਰਮ ਕਾਂਡਾਂ 'ਚ ਨਾ ਫਸੋ। ਸੋ ਗੁਰੂ ਮਾਲਕ ਨੇ ਪੌੜੀ ਦੇ ਅੰਦਰ ਕਿਰਪਾ ਕੀਤੀ ਹੈ ਜੀ। ਖੱਖਾ ਖੂਨਾ ਕਛ ਨਹੀਂ ਤਿਸ ਸਮਰੱਥ ਕਹਿ ਪਾਹੇ, ਜੋ ਦੇਣਾ ਸੋ ਦੇ ਰਹੇ ਹੋ ਭਾਵੇਂ ਤਹਿ ਤਹਿ ਜਾਏ। ਮਾਲਕ ਜੀ ਕਹਿੰਦੇ ਜੋ ਉਸ ਪ੍ਰਮਾਤਮਾ ਨੇ ਦੇਣਾ ਹੈ ਨਾ ਉਹੀ ਸਾਡੀ ਝੋਲੀ 'ਚ ਪੈਣਾ। ਜਿੱਥੇ ਮਰਜ਼ੀ ਭੱਜ ਲਓ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਸੰਗਤ ਜੀ ਕਿ ਆਹ ਮੈਨੂੰ ਮਿਲ ਜਾਵੇ, ਉਹ ਮੈਨੂੰ ਮਿਲ ਜਾਵੇ, ਪਰ ਬਾਪੂ ਕਹਿੰਦਾ ਪੁੱਤਰ ਠੀਕ ਹੈ ਕੋਸ਼ਿਸ਼ ਕਰਨੀ ਅਤ ਜ਼ਰੂਰੀ ਹੈ, ਪਰ ਇੱਕ ਗੱਲ ਯਾਦ ਰੱਖੀ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈਗੇ। ਜਿੱਥੇ ਜਿੱਥੇ ਪ੍ਰਮਾਤਮਾ ਨੇ ਸਾਡੇ ਦਾਣੇ ਖਿਲਾਰ ਦਿੱਤਿਆਂ ਨੂੰ ਅਸੀਂ ਦਾਣੇ ਚੁਗਣੇ ਆ। ਜਿੱਥੇ ਪ੍ਰਮਾਤਮਾ ਨੇ ਸਾਡੀ ਰੋਟੀ ਲਿਖੀ ਹੋਈ ਉੱਥੇ ਅਸੀਂ ਖਾਣੀ ਹੈ। ਇਸ ਕਰਕੇ ਕਈ ਵਾਰ ਅਸੀਂ ਲੱਖ ਯਤਨ ਕਰਦੇ ਆ, ਸਾਡਾ ਕੰਮ ਨਹੀਂ ਬਣਦਾ, ਪਰ ਕਈ ਵਾਰੀ ਬਿਨਾਂ ਯਤਨ ਤੋਂ ਵੀ ਸਾਡਾ ਕੰਮ ਬਣਦਾ। ਕਿਉਂ? ਕਿਉਂਕਿ ਹੁਣ ਪ੍ਰਮਾਤਮਾ ਦੀ ਖਿਲਾਰੀ ਕੋਈ ਰੋਟੀ ਰਿਜ਼ਕ ਹੁਣ ਧੱਕੇ ਮਾਰਦਾ ਕਿ ਆ ਤੇਰੇ ਦਾਣੇ ਇੱਥੇ ਖਿਲਰੇ ਹੋਇਆ ਤੇ ਇੱਥੇ ਆ ਕੇ ਦਾਣੇ ਖਾ। ਜਿੱਥੇ ਜਿੱਥੇ ਪ੍ਰਮਾਤਮਾ ਨੇ ਲਿਖਿਆ ਹੋਇਆ ਤਿਵੇਂ ਤਿਵੇਂ ਅਸੀਂ ਪਹੁੰਚਣਾ ਤੇ ਖਾਣਾ ਆ। ਸਤਿਗੁਰ ਨੇ ਕਿਰਪਾ ਕੀਤੀ, ਮਾਲਕ ਜੀ ਕਹਿੰਦੇ ਖਰਚ ਖਜ਼ਾਨਾ ਨਾਮ ਧਨ ਇਗਾ ਭਗਤਨ ਕੀ ਰਾਸ। ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਹੜਾ ਆ, ਕਹਿੰਦੇ ਇਹ ਭਗਤਾਂ ਦੀ ਰਾਸ ਹੈ, ਭਗਤਾਂ ਦੀ ਪੂੰਜੀ ਹੈ। ਭਗਤ ਨਾਮ ਦੀ ਹੀ ਬਰਕਤ ਨਾਲ ਤੁਰਦੇ ਆ ਤੇ ਭਗਤ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਭਰੋਸਾ ਰੱਖਦੇ ਜੀ ਕਿਸੇ ਤੇ। ਨਾਮ ਹੀ ਭਗਤਾਂ ਦੇ ਵਾਸਤੇ ਖਜ਼ਾਨਾ ਆ ਤੇ ਰਾਸ ਹੈ। ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ। ਗਰੀਬੀ ਦਾ ਅਰਥ ਹੁੰਦਾ ਨਿਮਰਤਾ, ਖਿਮਾ ਕਿਸੇ ਨੂੰ ਮਾਫ ਕਰ ਦੇਣਾ ਜੀ, ਆਨੰਦ ਸਹਿਜ ਜੀਵਨ 'ਚ ਆਨੰਦ ਆ ਜਾਣਾ ਜੀ, ਤੇ ਸਹਿਜ ਅਵਸਥਾ ਪੈਦਾ ਹੋ ਜਾਣੀ। ਜਪਤ ਰਹੇ ਗੁਣਤਾਸ, ਜਦੋਂ ਪ੍ਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਤੁਸੀਂ ਉਹਨੂੰ ਧਿਆਓਗੇ ਤੇ ਮਾਲਕ ਜੀ ਕਹਿੰਦੇ ਜੀਵਨ 'ਚ ਖਿਮਾ ਗਰੀਬੀ ਆਨੰਦ ਸਹਿਜ ਇਹ ਸਾਰੇ ਗੁਣ ਸਾਡੇ ਜੀਵਨ 'ਚ ਆਉਣਗੇ। ਖੇਲੇ ਬਿਗਸੇ ਆਨੰਦ ਸਿਓ ਤਾਂ ਕੋ ਹੋਤ ਕਿਰਪਾਲ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਦੋਂ ਗੁਰੂ ਕਿਰਪਾਲ ਹੋ ਜਾਵੇ, ਗੁਰੂ ਕਿਰਪਾ ਕਰ ਦੇਵੇ, ਗੁਰੂ ਬਖਸ਼ਿਸ਼ ਕਰ ਦੇਵੇ, ਉਦੋਂ ਬੰਦੇ ਦੇ ਜੀਵਨ ਦੇ ਵਿੱਚ ਆਨੰਦ ਅਵਸਥਾ ਦੇ ਵਿੱਚ ਮਨੁੱਖ ਖੇਡਦਾ ਆ। ਐਸੀ ਅਵਸਥਾ ਜੀ ਫਿਰ ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ਼, ਸਦੀਵ ਕਨੀਵ ਸੁਹਾਵਣੇ ਰਾਮ ਨਾਮ ਗ੍ਰਹਿਮਾਲ। ਖੇਦ ਨਾ ਦੁਖ ਨਾ
डान ते जाको नदर करी, नानक जो प्रभ भानिया पूरी तिन्ना परी। मालिक जी कहते कि भाई परमात्मा एड्डी किरपा करता है, एड्डी बख्शिश करता है कि जदों अपना नाम दिंदा आ उदों बंदे दे जीवन में सਦੀवी सुख आउंदा आ, सुहावने पल ਉਹਦੇ जीवन च आउंदे आ, ਗ੍ਰਹਿ ਮਾਲ ਉਹਦੇ ਘਰ ਦੇ ਵਿੱਚ ਮਾਲ ਆਉਂਦਾ। ਮਾਲਦਾਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਫਿਰ ਖੇਦ ਨਾ ਦੁੱਖ ਨਾ ਡਾਨ ਤੇ, ਫਿਰ ਕੋਈ ਦੁੱਖ ਨਹੀਂ ਹੈ, ਫਿਰ ਕੋਈ ਕਹਿ ਲਓ ਕਿ ਗਮੀ ਨਹੀਂ ਹੈ, ਕੋਈ ਸੋਗ ਨਹੀਂ ਹੈ। ਕਿਹਨਾਂ ਦੇ ਜੀ? ਕਹਿੰਦੇ ਜਾ ਕੋ ਨਦਰ ਕਰੀ, ਜਦੋਂ ਪਰਮਾਤਮਾ ਨਦਰ ਕਰਦਾ। ਅਸੀਂ ਕਿੰਨੀ ਵਾਰੀ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬੜਾ ਕੁਛ ਉਹਨਾਂ ਦੇ ਜੀਵਨ ਜਦੋਂ ਗੁਰੂ ਨਦਰ ਕਰ ਦੇਵੇ। ਨਾਨਕ ਜੋ ਪ੍ਰਭ ਭਾਂਡਿਆ ਪੂਰੀ ਤਿੰਨਾ ਕਰੀ। ਮਾਲਿਕ ਜੀ ਕਹਿੰਦੇ ਪਰਮਾਤਮਾ ਦੇ ਭਾਣੇ ਵਿੱਚ ਜੋ ਮਨੁੱਖ ਤੁਰਦਾ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਹਰ ਇੱਕ ਰੀਝ ਪੂਰੀ ਕਰਦੇ ਆ। ਜਦੋਂ ਸਤਿਗੁਰ ਤੇ ਭਰੋਸਾ ਰੱਖ ਕੇ ਬੰਦਾ ਤੁਰਦਾ, ਸਤਿਗੁਰ ਦਾਤਾ ਕਿਰਪਾ ਕਰੇ। ਜਿੱਥੇ 18ਵਾਂ ਸ਼ਲੋਕ ਤੇ ਪੌੜੀ ਦੀ ਆਪਾਂ ਨੇ ਵਿਆਖਿਆ ਕੀਤੀ ਆ, ਉੱਥੇ ਭਗਤ ਕਬੀਰ ਜੀ ਦੇ ਜੀਵਨ ਦੇ ਕੁਝ ਕੁ ਝਲਕਾਂ, ਹਲੇ ਬਹੁਤ ਲੰਬਾ ਜੀਵਨ ਆ ਭਗਤ ਕਬੀਰ ਜੀ ਦਾ। ਆਉਣ ਵਾਲੇ ਸਮੇਂ 'ਚ ਫਿਰ ਕਦੇ ਮੌਕਾ ਮਿਲਿਆ ਫਿਰ ਭਗਤ ਕਬੀਰ ਜੀ ਦੀ ਹੀ ਜੀਵਨ ਦੀ ਗੱਲ ਕੀਤੀ ਜਾਏਗੀ। ਹਲੇ ਭਗਤ ਕਬੀਰ ਜੀ ਦੇ ਜੀਵਨ ਦੀਆਂ ਕੁਝ ਕੁ ਸਾਖੀਆਂ ਆਪਣਾ ਸਾਂਝੀਆਂ ਕੀਤੀਆਂ। ਦਾਤਾ ਸਤਿਗੁਰ ਕਿਰਪਾ ਕਰੇ ਜੀ, ਮਾਲਕ ਜੀ ਮਿਹਰਮਤ ਕਰਨ। ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।